वाहिगुरू जी का खालसा वाहिगुरू जी की फतेह। बाई जी ਢੀਂਡਸਾ साहब ਤੁਹਾਨੂੰ जी आया कहने ਆ, सारी टीम ਨੂੰ जी आया कहने ਆ जी। ਤੁਸੀਂ ਸਾਡੇ ਕੋਲੇ ਇੱਥੇ ਆਏ, ਇਸ ਧਰਨੇ 'ਚ ਆਪਦੀ ਸ਼ਮੂਲੀਅਤ ਦਿੱਤੀ। ਅਸੀਂ मैं दो चार ਗੱਲਾਂ ਹੀ ਕਰਨੀਆਂ। ਪਹਿਲੀ ਗੱਲ ਤਾਂ मैं ਇੱਕ ਸਾਰੀ ਸੰਗਤ ਨਾਲ ਸ਼ੇਅਰ ਕਰਨੀ ਸੀ ਵੀ ਹੁਣ ਅਸੀਂ ਬੜੇ ਭਾਸ਼ਣ ਦੇ ਲਏ, ਗੱਲਾਂ ਸਮਝਾਤੀਆਂ, ਲੜਾਈ ਸੱਭਿਆਚਾਰਕ ਆਰਥਿਕ ਵਿਚਾਰਧਾਰਕ ਪੰਜਾਬ ਲੜ ਰਿਹਾ, ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ। ਇਹ ਗੱਲ ਵੀ ਸਾਰਿਆਂ ਨੂੰ ਪ੍ਰਵਾਨ ਹੋ ਗਈ, ਸਹਿ ਪ੍ਰਵਾਨਿਤ ਇਹ ਗੱਲ ਆ। ਅਸੀਂ ਮੰਨਦੇ ਹਾਂ ਵੀ ਅੱਜ ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ। ਦੇਖੋ ਹੋਂਦ ਦੀ ਲੜਾਈ ਕਿਵੇਂ ਲੜ ਰਿਹਾ, ਐਡਾ ਵੱਡਾ ਉਭਾਰ ਇਸ ਸੰਘਰਸ਼ 'ਚ ਇਕੱਲੇ ਪੰਜਾਬ 'ਚ ਸਾਡੇ ਸੂਬੇ 'ਚ ਦੇਖਦਾ। ਸਵਾਲ ਆ ਵੀ ਬਾਕੀ ਸੂਬੇ ਕਿਉਂ ਨਹੀਂ ਖੜੇ ਹੋ ਰਹੇ। ਬਾਕੀ ਕਿਉਂਕਿ ਕਿਸਾਨੀ ਤਾਂ ਹੋਰ ਸੂਬਿਆਂ 'ਚ ਵੀ ਆ, ਉਹ ਕਿਉਂ ਨਹੀਂ ਖੜੇ ਹੋਏ। ਇਹ ਉਭਾਰ ਉੱਥੇ ਕਿਉਂ ਨਹੀਂ ਆ। ਸਾਨੂੰ ਇੱਕ ਗੱਲ ਸਮਝਣ ਦੀ ਜ਼ਰੂਰਤ ਆ ਵੀ ਦਿੱਲੀ ਸਰਕਾਰ ਜਿਹੜੀ ਆਪਦੀ ਪੋਲੀਟਿਕਸ ਜਾਂ ਆਪਦੀ ਵਿਚਾਰਧਾਰਾ ਘੜਦੀ ਆ ਨਾ, ਉਹ ਇੱਕ ਮੈਜੋਰਿਟੇਰੀਅਨ ਵਿਚਾਰਧਾਰਾ ਅਤੇ ਮੈਜੋਰਿਟੇਰੀਅਨ ਪੋਲੀਟਿਕਸ ਆ। ਹੁਣ ਮੈਜੋਰਿਟੇਰੀਅਨ ਪੋਲੀਟਿਕਸ ਜਾਂ ਵਿਚਾਰਧਾਰਾ ਦੇ ਸਾਹਮਣੇ ਪੰਜਾਬ ਇੱਕ ਮਾਈਨੋਰਿਟੀ ਆ। ਅਸੀਂ ਇੱਥੇ ਜਿਹੜੇ ਸਿਧਾਂਤ ਨਾਲ ਜੁੜੇ ਆ ਤਾਂ ਜਿਹੜੀ ਸਿਆਸਤ ਨਾਲ ਵੀ ਜੁੜੇ ਆ, ਉਹ ਇੱਕ ਮਾਈਨੋਰਿਟੀ ਦੀ ਸਿਆਸਤ ਆ, ਮਾਈਨੋਰਿਟੀ ਦੀ ਆਪਦੀ ਇੱਕ ਵਿਚਾਰਧਾਰਾ ਅਤੇ ਸਾਡਾ ਕਲਚਰ ਆ, ਸੱਭਿਆਚਾਰਕ ਆ। ਸੋ ਪੰਜਾਬ ਨੇ ਕਦੇ ਵੀ ਦਿੱਲੀ ਦੀ ਸਿਆਸਤ ਕਬੂਲ ਨਹੀਂ ਕੀਤੀ, ਪ੍ਰਵਾਨ ਨਹੀਂ ਕੀਤੀ। ਇਸ ਕਰਕੇ ਪੰਜਾਬ ਇਕੱਲਾ ਖੜਾ ਅੱਜ। ਜਿੱਥੇ ਜਿੱਥੇ ਦਿੱਲੀ ਦੀ ਸਿਆਸਤ ਪ੍ਰਵਾਨ ਆ, ਉੱਥੇ ਕੋਈ ਸੰਘਰਸ਼ ਨਹੀਂ, ਕੋਈ ਉਭਾਰ ਨਹੀਂ। ਉਹਨਾਂ ਨੂੰ ਇਹ ਕਾਨੂੰਨ ਉਹਨਾਂ ਦੇ ਖਿਲਾਫ ਵੀ ਹੋਣ, ਪਰ ਉਹ ਵੀ ਭਗਤਾਂ ਵਾਲੀ ਗੱਲ ਆ ਜਿਹੜੀ ਆਪਾਂ ਨੂੰ ਸਭ ਪਤਾ ਵੀ ਮੋਦੀ ਸਾਹਿਬ ਜਿੰਦਾਬਾਦ, ਉਹ ਇਹੀ ਗੱਲ ਸਮਝਦੇ ਆ। ਇਦੋਂ ਉੱਤੇ ਦੇਖਦੇ ਹੀ ਨਹੀਂ। ਮਰ ਜਾਣ, ਆਪਦੀਆਂ ਜ਼ਮੀਨਾਂ ਤੋਂ ਪੱਟੇ ਜਾਣ, ਖੁਰ ਜਾਣ, ਥਿੜਕ ਜਾਣ ਆਪਦੇ ਸਿਧਾਂਤਾਂ ਤੋਂ, ਉਹਨਾਂ ਨਾਲ ਕੋਈ ਮਤਲਬ ਨਹੀਂ। ਕਿਉਂਕਿ ਜਿਹੜੀ ਵਿਚਾਰਧਾਰਾ ਜਾਂ ਮਾਨਸਿਕਤਾ ਦਿੱਲੀ ਚਲਾਉਂਦੀ ਆ, ਉਹ ਉੱਥੇ ਪ੍ਰਵਾਨਿਤ ਆ ਅਤੇ ਸਾਨੂੰ ਨਹੀਂ। ਹੁਣ ਸਾਡੀ ਧਰਤੀ ਨਾਲ ਸਾਡਾ ਸੱਭਿਆਚਾਰ ਵੀ ਜੁੜਿਆ, ਸਾਡੀ ਸਿਆਸਤ ਵੀ ਜੁੜੀ ਆ। ਇਹ ਗੱਲ ਤਾਂ ਸਾਨੂੰ ਸਾਰਿਆਂ ਨੂੰ ਪਤਾ। ਇਸ ਕਰਕੇ ਇਹ ਉਭਾਰ ਪੰਜਾਬ 'ਚ ਅਤੇ ਬਾਕੀ ਥਾਵਾਂ 'ਤੇ ਹੈ ਨਹੀਂ। ਜੇ ਅਸੀਂ ਐਕਸਪੈਕਟ ਵੀ ਕਰਾਂਗੇ, ਉਹ ਕਾਨੂੰਨਾਂ ਨੂੰ ਇਕੱਲੀ ਆਰਥਿਕਤਾ ਦੀ ਨੀਤੀ ਤੋਂ ਦੇਖਦੇ ਹਾਂ। ਅਸੀਂ ਇਕੱਲੀ ਆਰਥਿਕਤਾ ਨਹੀਂ। ਇਸ ਕਰਕੇ ਆਪਾਂ ਵਾਰ-ਵਾਰ ਕਹਿ ਰਹੇ ਹਾਂ MSP ਦੀ ਲੜਾਈ ਨਹੀਂ, ਇਹ ਸਾਡੇ ਸੱਭਿਆਚਾਰ 'ਤੇ ਹਮਲਾ, ਸਾਡੀ ਸਿਧਾਂਤਾਂ 'ਤੇ, ਸਾਡੇ ਫਲਸਫਿਆਂ 'ਤੇ ਹਮਲਾ। ਅਤੇ ਅਸੀਂ ਜੇ ਪੰਜਾਬ ਤੋਂ ਸਾਨੂੰ ਖੋਰ ਦਿੱਤਾ ਗਿਆ, ਇੱਥੋਂ ਇਹ ਕਾਨੂੰਨਾਂ ਰਾਹੀਂ ਜਾਂ ਪਹਿਲਾਂ ਵੀ ਜਿਹੜਾ ਖੇਤੀਬਾੜੀ ਮਾਡਲ ਸਾਨੂੰ ਦਿੱਤਾ ਗਿਆ, ਉਹ ਵੀ ਦਿੱਲੀ ਨੇ ਸਾਡੇ 'ਤੇ ਥੋਪਿਆ ਗ੍ਰੀਨ ਰੈਵੋਲਿਊਸ਼ਨ ਦੇ ਇੱਕ ਟਾਈਟਲ ਦੇ ਥੱਲੇ। ਜਿਹੜਾ ਬਾਹਲਾ ਦੇਰ ਸਸਟੇਨੇਬਲ ਮਾਡਲ ਨਹੀਂ ਸੀ, ਉਹ 20 ਸਾਲ ਹੀ ਚੱਲਣਾ ਸੀ, 20-25 ਸਾਲ ਬੜਾ ਉਹਦੇ ਤੋਂ ਲੋਕਾਂ ਨੇ ਵਾਹ ਹੋਈ ਵੀ ਅਸੀਂ ਪੈਸੇ ਵੀ ਜ਼ਿਆਦਾ ਕਮਾਉਣ ਲੱਗ ਗਏ, ਝਾੜ ਵੀ ਸਾਡਾ ਬਹੁਤ ਜ਼ਿਆਦਾ। ਪਰ ਜਿਹੜੇ ਲੈਵਲ 'ਤੇ ਪ੍ਰਵਾਸ ਹੋਇਆ ਜਾਂ ਹੁਣ ਜਿਹੜੀ ਉਹ ਸਟੈਗਨੈਂਟ ਹੋ ਗਈ ਆ, ਇੱਕ ਸਾਡਾ ਝਾੜ ਆ ਜਿਹੜਾ ਅਸੀਂ ਕਹਿੰਦੇ ਹਾਂ ਵੀ ਫਸਲਾਂ ਦਾ ਝਾੜ, ਉਹ ਸਟੈਗਨੈਂਟ ਹੋ ਗਿਆ, ਇੱਕ ਜਗ੍ਹਾ ਆ ਕੇ ਰੁਕ ਗਿਆ ਅਤੇ ਇਨਪੁਟ ਕਾਸਟ ਬਹੁਤ ਜ਼ਿਆਦਾ ਮਹਿੰਗੀ ਹੋ ਗਈ। ਇਹਦਾ ਮਤਲਬ ਉਹ ਖੇਤੀਬਾੜੀ ਮਾਡਲ ਫੇਲ ਹੋ ਗਿਆ। ਜੇ ਖੇਤੀਬਾੜੀ ਮਾਡਲ ਪੁਰਾਣਾ ਫੇਲ ਹੋ ਗਿਆ, ਅੱਜ ਜ਼ਰੂਰਤ ਕੀ ਆ? ਅੱਜ ਜ਼ਰੂਰਤ ਆ ਪੰਜਾਬ ਕੋਲੇ ਆਪਦਾ ਪੰਜਾਬ ਕੇਂਦਰਿਤ, ਪੰਜਾਬ ਸੈਂਟਰਿਕ ਇੱਕ ਅਗਰੇਰੀਅਨ ਮਾਡਲ ਹੋਵੇ, ਖੇਤੀਬਾੜੀ ਮਾਡਲ ਹੋਵੇ। ਹੁਣ ਇਸ ਗੱਲ ਨੂੰ ਸਮਝਣ ਦੀ ਬਹੁਤ ਸਾਡੇ ਲਈ ਜ਼ਰੂਰਤ ਆ। ਅਸੀਂ ਕਹਿੰਦੇ ਹਾਂ ਸਾਡੇ ਪਾਣੀਆਂ ਦਾ ਮਸਲਾ, ਸਾਡੀ ਭਾਸ਼ਾ ਦਾ ਮਸਲਾ, ਸਾਡੇ ਪ੍ਰਵਾਸ ਦਾ ਮਸਲਾ, ਇਹ ਇੰਟਰ ਰਿਲੇਟਡ ਚੀਜ਼ਾਂ ਸਾਰੀਆਂ, ਇਹਨਾਂ ਨੂੰ ਸਮੁੱਚਤਾ 'ਚ ਦੇਖਿਆ ਜਾਣਾ ਚਾਹੀਦਾ। ਜੇ ਅਸੀਂ ਨਿਖੇੜ ਕੇ ਦੇਖਾਂਗੇ ਤਾਂ ਸਾਡਾ ਫੌਂ ਨਹੀਂ ਪੈਣਾ ਕਿਤੇ। ਵਾਪਸ ਫਿਰ ਮੈਂ ਕਿਸਾਨੀ 'ਤੇ ਆਉਣਾ। ਕਿਸਾਨੀ ਦਾ ਸਾਡੇ ਕੋਲੇ ਇੱਕ ਇਵੋਲਵ ਹੋਇਆ ਬਾਈ ਜੀ ਮਾਡਲ ਸੀਗਾ, ਜਿਹੜਾ 1849 ਤੱਕ ਸਾਡੇ ਕੋਲੇ ਰਿਹਾ। ਉਹ ਮਾਡਲ ਇਵੋਲਵ ਹੋਇਆ ਸੀ, ਕਿਸੇ ਨੇ ਘੜ ਕੇ ਸਾਨੂੰ ਨਹੀਂ ਦਿੱਤਾ ਸੀ। ਪੰਜਾਬ 'ਚੋਂ ਲੋਕਾਂ ਨੇ ਸਮੇਂ ਦੇ ਨਾਲ ਵੀ ਪੰਜਾਬ ਦੀਆਂ ਫਸਲਾਂ ਕਿਹੜੀਆਂ ਹੋਣੀਆਂ ਚਾਹੀਦੀਆਂ, ਪੰਜਾਬ ਦੀ ਖੇਤੀਬਾੜੀ ਕਿਵੇਂ ਹੋਣੀ ਚਾਹੀਦੀ ਆ। ਜਦੋਂ ਖੇਤੀਬਾੜੀ ਦੀ ਗੱਲ ਕਰਦੇ ਹਾਂ, ਖੇਤੀਬਾੜੀ 'ਚ ਪਸ਼ੂ ਧਨ, ਰੁੱਖ, ਪੰਛੀ, ਫਸਲਾਂ ਬੀਜਣੀਆਂ, ਵੱਢਣੀਆਂ,
ਤੇ ਵਾਤਾਵਰਨ, ਇਹ ਸਭ ਕੁਝ ਆਉਂਦਾ। ਹੁਣ ਖੇਤੀਬਾੜੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਹਨਾਂ ਚੀਜ਼ਾਂ ਦਾ ਸੁਮੇਲ ਆ ਜਿਹਨੂੰ ਆਪਾਂ ਕਹਿੰਦੇ ਹਾਂ ਖੇਤੀਬਾੜੀ। ਸੂਖਮ ਜੀ ਜਿਹੜੇ ਧਰਤੀ 'ਚ ਗੰਡੋਏ ਗੰਡੋਏ ਅੱਜ ਕੱਲ੍ਹ ਸਾਨੂੰ ਦਿੰਦੇ ਹੀ ਨਹੀਂ। ਸੋ ਇਹ ਇੱਕ ਇਵੋਲਵ ਹੋਇਆ ਮਾਡਲ ਸੀ ਸਾਡੇ ਕੋਲੇ। ਜਦੋਂ ਅੰਗਰੇਜ਼ ਸਰਕਾਰ ਆਈ, ਅੰਗਰੇਜ਼ ਸਰਕਾਰ ਨੇ ਇੱਕ ਆਪਦਾ ਮਾਡਲ ਘੜ ਕੇ ਦੇਤਾ ਪੰਜਾਬ ਨੂੰ, ਅਸੀਂ ਉਹਦੇ 'ਤੇ ਖੇਤੀ ਕਰਦੇ ਰਹੇ। ਫਿਰ ਦਿੱਲੀ ਸਰਕਾਰ ਆਈ, ਦਿੱਲੀ ਸਰਕਾਰ ਨੇ ਇੱਕ ਆਪਦਾ ਖੇਤੀਬਾੜੀ ਮਾਡਲ, ਜਿਹਦਾ ਸਭ ਤੋਂ ਪ੍ਰਤੱਖ ਰੂਪ ਸਾਡੇ ਸਾਹਮਣੇ ਉਦੋਂ ਆਇਆ ਜਦੋਂ 1966 'ਚ ਗ੍ਰੀਨ ਰੈਵੋਲਿਊਸ਼ਨ ਦੇ ਅਧੀਨ ਇਹਨਾਂ ਨੇ ਸਾਨੂੰ ਇੱਕ ਮਾਡਲ ਦਿੱਤਾ। ਪਰ ਉਹ ਮਾਡਲ ਫੇਲ ਹੋ ਗਏ ਆ। ਸਾਨੂੰ ਆਪਦੇ ਇੱਥੋਂ ਦੇ ਸਾਡੇ ਅਨੁਸਾਰ ਜਿਹੜਾ ਸਾਡੇ ਕਿਸਾਨਾਂ ਲਈ, ਮਜ਼ਦੂਰਾਂ ਲਈ ਲਾਹੇਵੰਦ ਮਾਡਲ ਹੋਵੇ, ਅੱਜ ਫੇਰ ਘੜਨਾ ਪੈਣਾ, ਉਹਨੂੰ ਇਵੋਲਵ ਕਰਾਉਣਾ ਪੈਣਾ। ਸੋ ਜ਼ਰੂਰਤ ਇਹ ਆ ਜਿਹੜਾ ਸਾਡੇ ਪਾਣੀਆਂ ਨੂੰ ਵੀ ਸੰਬੋਧਨ ਕਰੂਗਾ, ਸਾਡੇ ਵਾਤਾਵਰਨ ਨੂੰ ਸੰਬੋਧਨ ਕਰੂਗਾ, ਸਾਡੇ ਮੰਡੀਕਰਨ ਨੂੰ ਸੰਬੋਧਨ ਕਰੂਗਾ, ਸਾਡੀਆਂ ਫਸਲਾਂ ਕਿਹੜੀਆਂ ਹੋਣੀਆਂ ਚਾਹੀਦੀਆਂ, ਇਹਨਾਂ ਚੀਜ਼ਾਂ ਨੂੰ ਵੀ ਸੰਬੋਧਨ ਕਰੂਗਾ। ਸੋ ਜਿਹੜੀ ਸਟਰਗਲ ਆਪਾਂ ਲੜ ਰਹੇ ਹਾਂ, ਉਹ ਸੋਸ਼ਲ ਸਟਰਗਲ ਤੇ ਪੋਲੀਟੀਕਲ ਸਟਰਗਲ ਬਣ ਗਈ ਆ ਜੀ। ਇੱਕ ਸੋਸ਼ਲ ਆਏ ਆ ਵੀ ਇਹ ਖੇਤੀਬਾੜੀ ਮਾਡਲ ਘੜੀਏ, ਇਵੋਲਵ ਹੋ ਕੇ ਘੜੀਏ, ਇਹਦੇ 'ਚ ਸਾਰੇ ਸਾਡੇ ਨਾਲ ਆਉਣ, ਆਪਾਂ ਮੰਥਨ ਕਰੀਏ, ਇੱਕ ਬ੍ਰੇਨ ਸਟੋਰਮਿੰਗ ਕਰੀਏ, ਖੇਤੀਬਾੜੀ ਮਾਹਿਰ ਹੋਣ, ਐਗਰੋ ਇਕੋਨਮਿਸਟ ਹੋਣ, ਪੋਲੀਟੀਕਲ ਲੀਡਰਸ ਵੀ ਹੋਣ, ਕਿਉਂਕਿ ਬੜੇ ਸਾਡੇ ਕੋਲੇ ਚੰਗੇ ਇਮਾਨਦਾਰ ਪੋਲੀਟੀਕਲ ਲੀਡਰ ਬੈਠੇ ਆ, ਤੇ ਇਕੋਨਮਿਸਟ ਵੀ ਹੋਣ, ਤੇ ਆਪਦਾ ਖੇਤੀਬਾੜੀ ਮਾਡਲ ਆਪਾਂ ਘੜੀਏ। ਦੂਜੀ ਗੱਲ, ਉਹਨੂੰ ਲਾਗੂ ਕਿਵੇਂ ਕਰਾਉਣਾ? ਹੁਣ ਲਾਗੂ ਤਾਂ ਪੋਲੀਟੀਕਲ ਸਟਰਗਲ ਦੇ ਥਰੂ ਹੀ ਕਰਾਉਣਾ ਪੈਣਾ, ਸਰਕਾਰ ਕਰਾਵੇ। ਪਰ ਪੰਜਾਬ ਸਰਕਾਰ ਨੇ, ਆਪਾਂ ਦੇਖ ਹੀ ਰਹੇ ਹਾਂ, ਕੱਲ੍ਹ ਉਹ ਹੋਮ ਮਿਨਿਸਟਰ ਸਾਹਿਬ ਅਮਿਤ ਸ਼ਾਹ ਨੂੰ ਉਹਨਾਂ ਨੂੰ ਮਿਲ ਕੇ ਆਏ, ਅਤੇ ਆਉਂਦੇ ਹੀ ਉਹਨਾਂ ਦੇ ਸੋਲੇ ਗਾਉਣ ਲੱਗ ਗਏ ਵੀ ਸਾਨੂੰ ਬਹੁਤ ਚੰਗੀ ਤਰ੍ਹਾਂ ਮਿਲੇ, ਅਤੇ ਸਾਨੂੰ ਬੜਾ ਉਹਨਾਂ ਨੇ ਕਿਹਾ ਵੀ ਤੁਸੀਂ ਬੜੀਆਂ ਕੁਰਬਾਨੀਆਂ ਕੀਤੀਆਂ। ਦੇਖੋ ਤੁਸੀਂ, ਜਦੋਂ ਸਾਡੇ ਸੰਘਰਸ਼ ਨੂੰ ਕਮਜ਼ੋਰ ਕਰਨਾ, ਹਾਲਾਂਕਿ ਗੱਲ ਕੀ ਹੋਈ ਆ, ਗੱਲ ਉਹਨਾਂ ਨੇ, ਪੰਜਾਬ ਸਰਕਾਰ ਨੇ ਗੱਲ ਉਹਨਾਂ ਕੋਲੇ ਜਾ ਕੇ ਇਹ ਕੀਤੀ ਵੀ ਪੰਜਾਬ ਦੇ ਪਿੰਡਾਂ 'ਚ ਜਿਹੜਾ ਮਾਹੌਲ ਬਣਦਾ ਜਾ ਰਿਹਾ ਉਹ ਬੜਾ ਖਰਾਬ ਆ। ਇੱਕ ਖਾਲਿਸਤਾਨ ਪੱਖੀ, ਦੇਖੋ ਗੱਲ ਕਿੱਧਰ ਨੂੰ ਤੋਰਨੀ ਆ, ਮਾਹੌਲ ਬਣਦਾ ਜਾ ਰਿਹਾ, ਇਹਨੂੰ ਕੰਟਰੋਲ ਕਰੋ, ਕਿਵੇਂ ਨਾ ਕਿਵੇਂ ਸਿਚੁਏਸ਼ਨ ਨੂੰ ਡਿਫਿਊਜ਼ ਕਰੀਏ। ਸੈਂਟਰ ਸਰਕਾਰ ਕਹਿੰਦੀ ਇਹ ਤਾਂ ਤੁਹਾਡਾ ਮਸਲਾ, ਲਾਅ ਐਂਡ ਆਰਡਰ ਤਾਂ ਤੁਸੀਂ ਮੇਨਟੇਨ ਕਰਕੇ ਰੱਖਣਾ। ਹੁਣ ਇਹ ਫਸ ਗਏ, ਇਸ ਗੱਲ 'ਚ ਇਹ ਫਸ ਗਏ। ਇਹ ਕਹਿੰਦੇ ਐਂ ਕਰਦੇ ਆ ਜੀ ਅਸੀਂ, ਫਿਰ ਕੀ ਕਰੀਏ? ਉਹ ਕਹਿੰਦੇ ਐਂ ਕਰੋ, ਰੇਲ ਗੱਡੀਆਂ 'ਤੇ ਜਿਹੜੇ ਧਰਨੇ ਆ ਨਾ, ਉਹਨਾਂ ਨੂੰ ਚੁਕਾਓ, ਅਸੀਂ ਰੇਲਾਂ ਚਲਾਉਣਾ ਸ਼ੁਰੂ ਕਰਦੇ ਹਾਂ, ਇਹਨਾਂ ਨੂੰ ਟੋਲ ਪਲਾਜ਼ਿਆਂ 'ਤੇ ਬੈਠੇ ਰਹਿਣ ਦਿਓ। ਟੋਲ ਪਲਾਜ਼ਿਆਂ 'ਤੇ ਸਰਕਾਰ 'ਤੇ ਕੋਈ ਅਸਰ ਨਹੀਂ, ਜਿੰਨੇ ਕੌਂਟਰੈਕਟ ਜਿਹਨੇ ਸਫ਼ਰ ਕੀਤਾ, ਆ ਜਿਹੜੇ ਕੌਂਟਰੈਕਟਰਸ ਨੇ, ਉਹਨਾਂ ਟਾਈਮ ਅਸੀਂ ਵਧਾ ਦਾਂਗੇ। ਸੋ ਹੁਣ ਕਿਸਾਨਾਂ ਕੋਲੇ, ਸਾਡੇ ਕੋਲੇ ਅਗਲਾ ਆਉਣ ਵਾਲਾ ਜਿਹੜਾ ਟਾਈਮ ਆ ਨਾ, ਜਿਵੇਂ ਮੈਂ ਕਿਹਾ, ਭਾਸ਼ਣ ਦੇ ਚੁੱਕੇ ਹਾਂ, ਗੱਲਾਂ ਵੀ ਸਮਝ ਚੁੱਕੇ ਹਾਂ, ਅਗਲਾ ਸਟੈਪ ਵੀ ਲੋਕਾਂ ਨੂੰ ਇਕੱਲਾ ਜਗਾਉਣਾ ਹੀ ਜ਼ਰੂਰੀ ਨਹੀਂ ਹੁੰਦਾ, ਲੋਕਾਂ ਨੂੰ ਇੱਕ ਸੇਧ ਦੇਣੀ ਹੁੰਦੀ ਆ। ਉਸ ਤੋਂ ਬਾਅਦ ਲੀਡਰਸ਼ਿਪ ਦੀ, ਜਾਂ ਜਿਹੜੇ ਸਾਡੇ ਆਗੂ ਆ, ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਇਹ ਜਗਾ ਕੇ ਮੁੜ ਕੇ ਉੱਥੇ ਹੀ ਛੱਡ ਦੇਣਾ, ਇਹ ਤਾਂ ਸਭ ਤੋਂ ਵੱਡੀ ਤਰਾਸਦੀ ਆ। ਅਗਲੀ ਸੇਧ ਦੇਣੀ ਹੁੰਦੀ ਆ। ਸੇਧ ਸਾਡੀ ਇਹ ਆ ਵੀ ਅਸੀਂ ਆਪਦਾ ਇੱਕ ਖੇਤੀਬਾੜੀ ਮਾਡਲ ਕ੍ਰੀਏਟ ਕਰੀਏ, ਉਹਨੂੰ ਸਿਰਜੀਏ, ਸਿਰਜਣ ਵਾਸਤੇ ਮੰਚ ਤਿਆਰ ਕਰੀਏ। ਅਤੇ ਇਹ ਮੰਚ ਆਪਾਂ ਤਿਆਰ ਕਰਾਂਗੇ ਸ਼ੰਭੂ ਮੋਰਚਾ ਸ਼ਹਿਰਾਂ 'ਚ ਜਾਂ ਸੈਮੀ ਅਰਬਨ ਏਰੀਆ 'ਚ ਜਾ ਕੇ, ਜਿਹੜੇ ਸਾਡੇ ਬੁੱਧੀਜੀਵੀ ਖੇਤੀਬਾੜੀ ਮਾਹਿਰ ਲੋਕ ਆ, ਜਾਂ ਸਾਡੇ ਸਾਇੰਟਿਸਟ ਆ, ਐਗਰੋ ਇਕੋਨਮਿਸਟ, ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ, ਸਟੇਜਾਂ ਤੋਂ ਨਹੀਂ, ਇੱਕ ਰਾਊਂਡ ਟੇਬਲ ਕਾਨਫਰੰਸ ਦੇ ਥਰੂ ਆਪਾਂ ਇਹ ਇੱਕ ਮੁਹਿੰਮ ਛੇੜਾਂਗੇ, ਜਿਹਦੇ ਕਰਕੇ ਆਪਾਂ ਇੱਕ ਹੁਣ ਵੈਬਸਾਈਟ ਵੀ ਬਣਾਈ ਆ, warispunjab.org, ਉੱਥੇ ਤੁਸੀਂ ਆਪਦੇ ਸੁਝਾਅ ਅਤੇ ਸਵਾਲ ਵੀ ਭੇਜੋ। ਅਗਲੀ ਗੱਲ ਜਿਹੜੀ ਮੈਂ ਕਰ ਰਿਹਾ ਸੀ ਵੀ ਭਾਸ਼ਣ ਬੜੇ ਦੇ ਲਏ, ਹੁਣ ਗੱਲਾਂ ਬਾਤਾਂ ਬਹੁਤ ਇੱਕ ਦੂਜੇ ਦੀਆਂ ਸਮਝ ਲਈਆਂ, ਅਸੀਂ ਨਿੰਦੀ ਜਿਹਨੂੰ ਮਰਜ਼ੀ ਜਿੰਨਾ ਜਾਈਏ, ਪਰ ਸਾਡਾ ਹੱਲ ਕਿਵੇਂ ਨਿਕਲਣਾ, ਉੱਧਰ ਨੂੰ ਤੁਰਨਾ ਪੈਣਾ। ਸਾਡੀ ਇੱਕ ਰਵਾਇਤ ਆ ਵੀ ਜਦੋਂ ਅਸੀਂ ਮੋਰਚੇ ਵਿੱਢਦੇ ਹਾਂ, ਕੋਈ ਸੰਘਰਸ਼ ਵਿੱਢਦੇ ਹਾਂ, ਅਤੇ ਉਦੋਂ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਾਉਣੇ ਆ। ਆਉਣ ਵਾਲੇ ਦਿਨਾਂ 'ਚ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਰਾਹ ਦਿਖਾਉਣਾ ਹੁੰਦਾ, ਅਰਦਾਸ 'ਚ ਬਹੁਤ ਵੱਡੀ ਪਾਵਰ ਆ। ਜਦੋਂ ਅਰਦਾਸ ਕਰਦੇ ਹਾਂ ਅਤੇ ਗੁਰੂ ਸਾਹਿਬ ਉਦੋਂ ਹੀ ਰਾਹ ਦਿਖਾ ਦਿੰਦੇ ਆ। ਪੰਜਾਬ ਅੱਜ ਜਿੱਥੇ ਖੜਾ, ਸਾਡੀ ਜ਼ਰੂਰਤ ਆ ਇਹ ਵੀ ਆਪਾਂ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਾਈਏ ਅਤੇ ਗੁਰੂ ਸਾਹਿਬ ਨੂੰ ਅਰਦਾਸ ਕਰੀਏ, ਪੰਜਾਬ ਤੋਂ ਜੋ ਭੁੱਲਾਂ ਹੋਈਆਂ ਉਹ ਬਖਸ਼ਾਉਣ, ਕਿਉਂਕਿ ਸਾਡੀ ਜਿੱਤ ਗੁਰੂ ਸਾਹਿਬ ਕੋਲੇ ਪਈ ਆ। ਨਿਸ਼ਚੈ ਕਰ ਆਪਣੀ ਜੀਤ ਕਰੂੰ, ਸਾਨੂੰ ਨਿਸ਼ਚਾ ਕਰਨਾ ਪੈਣਾ ਇਸ ਗੱਲ ਦਾ, ਸਾਡੀ ਜਿੱਤ ਗੁਰੂ ਸਾਹਿਬ ਕੋਲੇ ਪਈ ਆ। ਅਸੀਂ ਕਹੀਏ ਪੰਜਾਬ ਤੋਂ ਜੋ ਭੁੱਲਾਂ ਹੋਈਆਂ ਉਹ ਬਖਸ਼ਾਓ ਪਾਤਸ਼ਾਹੋ, ਅਤੇ ਪੰਜਾਬ ਨੂੰ ਖੁਸ਼ੀਆਂ ਵਾਪਸ ਦਿਓ, ਬਖਸ਼ਿਸ਼ ਕਰੋ ਪੰਜਾਬ ਨੂੰ ਖੁਸ਼ੀਆਂ ਦੀ, ਪੰਜਾਬ ਦੀ ਜਿੱਤ ਹੋਵੇ ਇਸ ਸੰਘਰਸ਼ 'ਚੋਂ।
ਉਦੋਂ ਬਾਅਦ ਫਿਰ ਆਪਦੇ ਸੰਘਰਸ਼ ਦੀ ਸਾਡੀ ਨੁਹਾਰ ਦੇਖਿਓ ਕਿੱਧਰ ਨੂੰ ਜਾਂਦੀ ਆ। ਸੋ 15 ਤਰੀਕ ਤੋਂ ਦੀਵਾਲੀ ਤੋਂ ਅਗਲੇ ਦਿਨ ਆਪਾਂ ਇੱਥੋਂ ਪਾਠ ਨੂੰ ਆਰੰਭ ਕਰਨਾ ਤੇ 17 ਤਰੀਕ ਨੂੰ ਭੋਗ ਪਾਉਣਾ। 17 ਤਰੀਕ ਨੂੰ ਸੱਦਾ ਇਹ ਆ ਵੀ ਪੰਜਾਬ ਦੇ ਜਿੱਥੇ ਜਿੱਥੇ ਕੋਈ ਰੂਹਾਂ ਬੈਠੀਆਂ ਜਿਹੜੀਆਂ ਪੰਜਾਬ ਦੇ ਲਈ ਦਰਦ ਰੱਖਦੀਆਂ ਉਹ ਸ਼ੰਭੂ ਮੋਰਚੇ ਤੇ ਜ਼ਰੂਰ ਆਉਣ। ਹਰ ਘਰ 'ਚੋਂ ਇੱਕ ਜੀ ਜ਼ਰੂਰ ਆਵੇ, ਆਪਾਂ ਅਰਦਾਸ 'ਚ ਸ਼ਾਮਲ ਹੋਈਏ ਤੇ ਗਾਂ ਸੰਘਰਸ਼ ਦੀ ਸੇਧ ਕੀ ਹੋਵੇ, ਇਦੋਂ ਬਾਅਦ ਅਸੀਂ ਇਸ ਸੰਘਰਸ਼ ਨੂੰ ਕਿਵੇਂ ਗਾਂ ਲੈ ਕੇ ਜਾਣਾ, ਲੋਕਾਂ ਨੂੰ ਲਾਮਬੰਦ ਰੱਖਣਾ, ਇਹ ਗੱਲ ਆਪਾਂ ਅਰਦਾਸ ਕਰਕੇ ਉਦੋਂ ਬਾਅਦ ਡਿਸਾਈਡ ਕਰੀਏ। ਸੋ ਮੇਰੇ ਵੱਲੋਂ ਅੱਜ ਜਿਹੜੀ ਗੱਲ ਕਰਨੀ ਸੀ ਆਪਾਂ, ਚਲੋ ਸਰਕਾਰ ਦੀਆਂ ਜਿਹੜੀਆਂ ਇੱਕ ਕੌਨਸਪੀਰੇਸੀ ਥਿਊਰੀਜ਼ ਆ ਇਹਦੇ ਤੇ ਤਾਂ ਬਹੁਤ ਗੱਲ ਕਰ ਸਕਦੇ ਹਾਂ, ਕਿਉਂਕਿ ਇੱਕ ਜਿਹੜੀ ਅਸੀਂ ਸੰਘਰਸ਼ 'ਚ ਇੱਕ ਲੜਾਈ ਇਹ ਵੀ ਲੜ ਰਹੇ ਹਾਂ ਵੀ ਜਿਹੜੀ ਇੱਕ ਸੈਂਟਰਲਾਈਜ਼ ਪਾਵਰ ਆ, ਭਾਈ ਜੀ ਵੀ ਹੁਣੇ ਕਹਿ ਕੇ ਗਏ, ਪਾਵਰ ਨੂੰ ਕਿਵੇਂ ਇਹ ਸੈਂਟਰਲਾਈਜ਼ ਕਰ ਰਹੇ ਆ ਸਮੇਂ ਤੋਂ, ਸੰਵਿਧਾਨ 'ਚ ਤਰਮੀਮਾਂ ਕਰਕੇ ਸੋਧਾਂ ਕਰਕੇ ਪਾਵਰ ਨੂੰ ਇੱਕੋ ਜਗ੍ਹਾ ਇਕੱਠਾ ਕਰ ਲਿਆ ਤੇ ਉਦੋਂ ਬਾਅਦ ਉਹਨੂੰ ਪਰਸਨਲਾਈਜ਼ ਕਰਤਾ। ਕਿਉਂਕਿ ਅੱਜ ਦੇਖੋ ਤੁਸੀਂ ਮੋਦੀ ਜਾਂ ਅਮਿਤ ਸ਼ਾਹ, ਇਹ ਦੋ ਹੀ ਬੰਦੇ ਆ ਜਿਨ੍ਹਾਂ ਤੋਂ ਪਾਵਰ ਦਾ ਸੰਚਾਲਨ ਹੁੰਦਾ। ਸੋ ਇੰਨੀ ਜ਼ਿਆਦਾ ਪਾਵਰ ਸੈਂਟਰਲਾਈਜ਼ ਹੋ ਕੇ ਤੇ ਜੇ ਪਰਸਨਲਾਈਜ਼ ਹੋਊਗੀ ਤਾਂ ਕਦੇ ਵੀ ਅਸੀਂ ਨਿਆਂ ਨਹੀਂ ਲੈ ਸਕਾਂਗੇ, ਕਦੇ ਉਹ ਬੰਦਾ ਨਿਆਂ ਦੇ ਹੀ ਨਹੀਂ ਸਕਦਾ। ਸੋ ਸਟਰਗਲ ਆ ਜਿਹੜੀ ਉਹ ਪਾਵਰ ਨੂੰ ਡੀਸੈਂਟਰਲਾਈਜ਼ ਕਰਨ ਵਾਸਤੇ ਕਰ ਰਹੇ ਆ। ਪਾਵਰ ਦਾ ਵੰਡਿਆ ਜਾਣਾ ਸੂਬਿਆਂ ਤੱਕ, ਸ਼ਹਿਰਾਂ ਤੱਕ, ਗਾਂ ਗਲੀ ਮਹੱਲਿਆਂ ਤੱਕ, ਪਿੰਡਾਂ ਤੱਕ ਇਹ ਬਹੁਤ ਜ਼ਰੂਰੀ ਆ। ਜਦੋਂ ਤੱਕ ਇਹ ਵਰਤਾਰਾ ਨਹੀਂ ਹੋਊਗਾ ਉਦੋਂ ਤੱਕ ਅਸੀਂ ਕਹੀਏ ਵੀ ਇੱਕ ਸਾਰਥਕ ਸਮਾਜ ਸਿਰਜ ਲਾਂਗੇ, ਇਹ ਤਾਂ ਸਿਰਜਿਆ ਨਹੀਂ ਜਾ ਸਕਦਾ। ਇਹ ਡਿਸਕਸ਼ਨ ਬੜੀ ਲੰਬੀ ਆ, ਪਰ ਹਜੇ ਮੇਰਾ ਅੱਜ ਜਿਹੜਾ ਮਕਸਦ ਇਹ ਸੀ ਵੀ ਗੁਰੂ ਸਾਹਿਬ ਤੋਂ ਆਪਾਂ ਸੇਧ ਲਈਏ, ਗੁਰੂ ਸਾਹਿਬ ਨੂੰ ਅਰਦਾਸ ਕਰੀਏ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਆਉਣ ਵਾਲਾ ਸਮੇਂ 'ਚ ਸਾਡੀ ਸੇਧ ਕੀ ਹੋਵੇ ਤੇ ਅਸੀਂ ਜਾਣਾ ਕਿੱਧਰ ਨੂੰ ਆ, ਇਹ ਗੱਲ ਸਾਨੂੰ ਮਾਰਗਦਰਸ਼ਨ ਦੇਣ। ਇਸ ਖਾਤਰ 15 ਤਰੀਕ ਨੂੰ ਪਾਠ ਆਰੰਭ ਕਰੀਏ ਤੇ 17 ਤਰੀਕ ਨੂੰ ਆਪਾਂ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਈਏ ਜੀ। ਤੁਹਾਨੂੰ ਸਾਰਿਆਂ ਨੂੰ ਸੱਦਾ, ਪੰਜਾਬ ਦੇ ਹਰ ਘਰ 'ਚੋਂ ਇੱਕ ਜੀ ਸਾਡੇ ਕੋਲ ਆ ਕੇ ਉਸ ਅਰਦਾਸ 'ਚ ਸ਼ਾਮਲ ਹੋਵੇ। ਸੋ ਕਿਉਂਕਿ ਆਪਾਂ ਜਦੋਂ ਮੋਰਚਾ ਆਰੰਭਿਆ ਤਾਂ ਜਜ਼ਬਾਤਾਂ ਦੇ ਆਧਾਰ 'ਤੇ ਹੀ ਮੋਰਚਾ ਆਰੰਭਿਆ, ਕੋਈ ਪੋਲੀਟੀਕਲ ਏਜੰਡਾ ਤਾਂ ਆਪਣਾ ਹੈ ਨਹੀਂ। ਜੇ ਪੋਲੀਟੀਕਲ ਏਜੰਡਾ ਨਹੀਂ ਆ, ਮੈਨੂੰ ਪਤਾ ਕੰਮਕਾਰ ਆਪਾਂ ਸਾਰਿਆਂ ਨੂੰ ਆ, ਕੰਮਕਾਰ ਸਾਰੇ ਆਪਦੀ ਜਗ੍ਹਾ ਹੈ ਵੀ, ਪਰ ਜੇ ਪੰਜਾਬ ਬਚੂਗਾ ਤਾਂ ਕੰਮਕਾਰ ਬਚਣਗੇ, ਜੇ ਪੰਜਾਬ ਨਹੀਂ ਬਚਿਆ ਤਾਂ ਫਿਰ ਕਿੱਥੋਂ ਕਿਹੜੇ ਕੰਮਕਾਰ, ਤੇ ਅਸੀਂ ਮੁੜ ਕੇ ਆਪਦੀਆਂ ਜ਼ਮੀਰਾਂ ਹੀ ਜੇ ਧਰਤੀਆਂ ਉਹਨਾਂ ਕੋਲੇ ਤੇ ਫਿਰ ਅਸੀਂ ਵੀ ਜਿਉਂਦੇ ਜਾਗਦੀ ਬੰਦਿਆਂ 'ਚ ਤੇ ਜਿਹੜੇ ਜਾਨਵਰਾਂ 'ਚ ਕੋਈ ਫਰਕ ਨਹੀਂ ਹੋਣਾ। ਬੰਦਿਆਂ 'ਚ ਫਰਕ ਤਾਂ ਇਹੀ ਆ ਨਾ, ਸਾਡੇ 'ਚ ਸਾਡੀ ਚੇਤਨਤਾ ਵੀ ਹੁੰਦੀ ਆ, ਅਸੀਂ ਕਰਨਾ ਕੀ, ਆਪਦੇ ਸਮਾਜ ਖਾਤਰ ਕਿਵੇਂ ਜਿਉਣਾ, ਲੋਕਾਂ ਦੇ ਹੱਕਾਂ ਖਾਤਰ ਕਿਵੇਂ ਆਪਦੀ ਆਵਾਜ਼ ਬੁਲੰਦ ਕਰਨੀ ਹੈ। ਇਹ ਤਾਂ ਬੜਾ ਇੱਕ ਮੌਲਿਕ ਜਿਹਾ ਸਾਡਾ, ਮੈਨੂੰ ਲੱਗਦਾ ਜਿਹੜਾ ਇੱਕ ਡਿਊਟੀ ਹੋਣੀ ਚਾਹੀਦੀ ਆ। ਸੋ ਸੈਂਸ ਆਫ ਰਿਸਪੋਂਸਿਬਿਲਿਟੀ ਜਿਹੜੀ ਸਾਡੀ ਅੱਜ ਤੁਸੀਂ ਇੱਥੇ ਤਾਂ ਹੀ ਆਏ ਹੋ ਨਾ, ਇੱਕ ਸੈਂਸ ਆਫ ਰਿਸਪੋਂਸਿਬਿਲਿਟੀ ਆ ਸਾਡੇ 'ਚ। ਸੋ ਇਹਨੂੰ ਹਜੇ ਬਰਕਰਾਰ ਰੱਖਿਓ, ਇਸ ਜਜ਼ਬੇ ਨੂੰ ਬਰਕਰਾਰ ਰੱਖਿਓ। ਲੰਬਾ ਲੈ ਕੇ ਜਾਣਾ ਸੰਘਰਸ਼, ਲੰਬਾ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜੀ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ ਜੀ। ਅੱਗੇ ਵੀ ਤੁਹਾਡੀ ਸਾਰਿਆਂ ਦੀ ਸ਼ਮੂਲੀਅਤ ਦੀ ਜ਼ਰੂਰਤ ਆ। ਜਿਉਂਦੇ ਵਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।